महा कार्टून टीवी। देवा दे देव महादेव ਨੂੰ ਕਿਉਂ ਘੜਿਆਲ ਬਣਨਾ ਪਿਆ? ਸਰਵ ਸ਼ਕਤੀ ਮਹਾਦੇਵ ਨੂੰ ਆਖਿਰ ਕਿਉਂ ਤੁੱਛ ਪ੍ਰਾਣੀ ਦਾ ਜਨਮ ਲੈਣਾ ਪਿਆ? ਸ੍ਰਿਸ਼ਟੀ ਦੇ ਸਿਰਜਣ ਕਰਤਾ ਤੇ ਸੰਘਾਰਕ ਜਿਨ੍ਹਾਂ ਦੀ ਆਦਿ ਹੈ ਨਾ ਹੀ ਅੰਤ, ਭੋਲੇਨਾਥ, ਸ਼ਿਵ ਸ਼ੰਕਰ, ਸ਼ੰਭੂ ਵਰਗੇ ਕਈ ਨਾਮ ਵਾਲੇ ਮਹਾਦੇਵ ਦੇ ਨਾਲ ਅਜਿਹਾ ਕੀ ਹੋਇਆ ਜੋ ਕਿ ਉਹਨਾਂ ਨੂੰ ਮਗਰਮੱਛ ਦਾ ਰੂਪ ਲੈ ਕੇ ਪਾਣੀ 'ਚ ਜਾਣਾ ਪਿਆ? ਤੇ ਆਓ ਜਾਣਦੇ ਹਾਂ ਇਸ ਰੋਚਕ ਕਥਾ ਦੇ ਬਾਰੇ 'ਚ। ਪੁਰਾਣੀ ਕਥਾਵਾਂ ਦੇ ਅਨੁਸਾਰ ਦੇਵਤਾ ਦੇ ਦੇਵ ਮਹਾਦੇਵ ਪਰਵਤ ਤੇ ਭਗਤੀ 'ਚ ਲੀਨ। ਉਦੋਂ ਹੀ ਦੇਵਤਾ ਗਣ ਅਚਾਨਕ ਹੀ ਉਹਨਾਂ ਦੀ ਪ੍ਰਾਰਥਨਾ ਕਰਨ ਲੱਗੇ। ਦੇਵਤਾ ਗਣ ਮਾਤਾ ਪਾਰਵਤੀ ਦੀ ਅਨੁਸ਼ੰਸਾ ਨੂੰ ਲੈ ਕੇ ਉਹਨਾਂ ਲਈ ਪ੍ਰਾਰਥਨਾ ਕਰ ਰਹੇ ਸੀ। ਮਹਾਦੇਵ ਨੇ ਦੇਵਤਾਵਾਂ ਦੀ ਪ੍ਰਾਰਥਨਾ ਤਾਂ ਸਵੀਕਾਰ ਕਰ ਲਈ, ਪਰ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਹ ਆਪ ਇਹਦਾ ਉਪਾਅ ਲੱਭਣ ਲੱਗੇ। ਤੇ ਕੀ ਸੀ ਉਹ ਕਥਾ ਜਿਹਦੇ ਲਈ ਦੇਵਤਾ ਗਣ ਨੂੰ ਮਹਾਦੇਵ ਅੱਗੇ ਪ੍ਰਾਰਥਨਾ ਕਰਨੀ ਪਈ? ਤੇ ਕਥਾਵਾਂ ਦੇ ਮਾਧਿਅਮ ਤੋਂ ਮਾਤਾ ਪਾਰਵਤੀ ਮਹਾਦੇਵ ਦੇ ਨਾਲ ਵਿਆਹ ਕਰਵਾਉਣ ਦੇ ਲਈ ਪੱਕਾ ਮਨ ਬਣਾ ਬੈਠੀ ਸੀ। ਉਹ ਸਭ ਕੁਝ ਤਿਆਗ ਕੇ ਡੂੰਘੀ ਭਗਤੀ 'ਚ ਲੀਨ ਹੋ ਗਈ ਸੀ। ਸਾਲਾਂ ਸਾਲ ਭਗਤੀ 'ਚ ਲੀਨ ਦੇਵੀ ਪਾਰਵਤੀ ਦੀ ਇਹ ਦਸ਼ਾ ਵੇਖ ਕੇ ਦੇਵਤਾ ਤ੍ਰਿਪਤ ਹੋ ਗਏ ਅਤੇ ਮਹਾਦੇਵ ਤੋਂ ਉਹਨਾਂ ਦੀ ਆਰਾਧਨਾ ਨੂੰ ਪੂਰਾ ਕਰਨ ਦੀ ਪ੍ਰਾਰਥਨਾ ਕਰਨ ਲੱਗੇ। ਮਹਾਦੇਵ ਨੇ ਦੇਵਤਾਵਾਂ ਦੀ ਪ੍ਰਾਰਥਨਾ ਤਾਂ ਸਵੀਕਾਰ ਕਰ ਲਈ, ਪਰ ਹੁਣ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਆ ਗਈ ਸੀ ਕਿ ਉਹ ਮਾਤਾ ਪਾਰਵਤੀ ਦੇ ਬਾਰੇ 'ਚ ਕਿਵੇਂ ਪਤਾ ਲਗਾਉਣ। ਮਹਾਦੇਵ ਆਪ ਕਿਸ ਤਰ੍ਹਾਂ ਮਾਤਾ ਪਾਰਵਤੀ ਦੇ ਸਾਹਮਣੇ ਜਾਂਦੇ? ਇੱਦਾਂ ਕਰਨ ਤੇ ਮਾਤਾ ਪਾਰਵਤੀ ਰੁੱਸ ਵੀ ਸਕਦੀ ਸੀ। ਇਹੀ ਸੋਚ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਇੱਕ ਉਪਾਅ ਸੁਝਿਆ। ਮਹਾਦੇਵ ਨੇ ਸਪਤ ਰਿਸ਼ੀ ਨੂੰ ਮਾਤਾ ਪਾਰਵਤੀ ਦੇ ਪ੍ਰੀਖਿਆਵਾਂ ਲੈਣ ਲਈ ਭੇਜਿਆ। ਸਪਤ ਰਿਸ਼ੀ ਨੇ ਮਹਾਦੇਵ ਨਾਲ ਵਿਆਹ ਕਰਨ ਲਈ ਉਹਨਾਂ ਦੇ ਲਿੱਤੇ ਗਏ ਫੈਸਲੇ ਬਾਰੇ ਪਾਰਵਤੀ ਜੀ ਤੋਂ ਪੁੱਛਿਆ, ਪਰ ਫਿਰ ਵੀ ਪਾਰਵਤੀ ਮਹਾਦੇਵ ਦੇ ਗੁਣਾਂ ਦੀ ਤਾਰੀਫਾਂ ਕਰਦੀ ਨਹੀਂ ਥੱਕ ਰਹੀ ਸੀ। ਉਹਨਾਂ ਨੇ ਕਿਹਾ ਕਿ ਉਹ ਸਰਵਗੁਣ ਸੰਪੰਨ ਅਤੇ ਸ਼ਕਤੀਮਾਨ ਨੇ, ਉਹਨਾਂ 'ਚ ਹੀ ਸਾਰੀ ਦੁਨੀਆ ਸਮਾਈ ਹੋਈ ਹੈ। ਫਿਰ ਸਪਤ ਰਿਸ਼ੀ ਨੇ ਮਹਾਦੇਵ ਦੇ ਸੈਂਕੜੋਂ ਅਵਗੁਣ ਗਿਣਵਾਏ, ਪਰ ਦੇਵੀ ਪਾਰਵਤੀ ਟਸ ਤੋਂ ਮਸ ਨਹੀਂ ਹੋਈ ਅਤੇ ਆਪਣੇ ਲਿੱਤੇ ਗਏ ਫੈਸਲੇ ਤੇ ਅਟਲ ਰਹਿੰਦੇ ਹੋਏ ਉਹਨਾਂ ਨੇ ਕਿਹਾ ਕਿ ਮਹਾਦੇਵ ਦੇ ਸਿਵਾ ਕਿਸੇ ਹੋਰ ਵਰ ਨਾਲ ਵਿਆਹ ਕਰਾਉਣਾ ਉਹਨਾਂ ਨੂੰ ਮਨਜ਼ੂਰ ਨਹੀਂ। ਇਹਦੇ ਬਾਅਦ ਸਪਤ ਰਿਸ਼ੀ ਉੱਥੋਂ ਵਾਪਸ ਚਲੇ ਗਏ ਤੇ ਪੂਰੀ ਕਹਾਣੀ ਮਹਾਦੇਵ ਨੂੰ ਦੱਸੀ, ਜਿਹਦੇ ਬਾਅਦ ਉਹਨਾਂ ਨੇ ਆਪ ਪਾਰਵਤੀ ਜੀ ਦੀ ਪ੍ਰੀਖਿਆ ਲੈਣ ਦਾ ਨਿਰਣੇ ਲਿੱਤਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵਿਆਹ ਤੋਂ ਪਹਿਲਾਂ ਸਾਰੇ ਵਰ ਆਪਣੀ ਅਰਧਾਂਗਣੀ ਨੂੰ ਲੈ ਕੇ ਸਾਰੀ ਚਿੰਤਾਵਾਂ ਦੂਰ ਕਰਨਾ ਚਾਹੁੰਦੇ ਨੇ। ਇਹਦੇ 'ਚ ਮਹਾਦੇਵ ਵੀ ਕੋਈ ਅਪਵਾਦ ਨਹੀਂ ਸੀ। ਐਵੇਂ 'ਚ ਉਹਨਾਂ ਨੇ ਆਪ ਪਾਰਵਤੀ ਜੀ ਦੀ ਪ੍ਰੀਖਿਆ ਲੈਣ ਦੇ ਲਈ ਯੋਜਨਾ ਬਣਾਈ ਅਤੇ ਉਹਨੂੰ ਮੌਤ ਰੂਪ ਦੇਣ ਲਈ ਨਿਕਲ ਪਏ। ਉੱਥੇ ਮਾਤਾ ਪਾਰਵਤੀ ਜੀ ਇੱਕ ਤਲਾਬ ਕੰਢੇ ਸ਼ਾਂਤ ਵਾਤਾਵਰਣ 'ਚ ਆਪਣੀ ਤਪੱਸਿਆ 'ਚ ਲੀਨ ਸੀ। ਉਦੋਂ ਹੀ ਤਲਾਬ ਕੰਢੇ ਇੱਕ ਬੱਚੇ ਨੂੰ ਮਗਰਮੱਛ ਨੇ ਫੜ ਲਿਆ। ਆਪ ਦੀ ਜਾਨ ਨੂੰ ਖਤਰੇ 'ਚ ਵੇਖ ਕੇ ਬੱਚਾ ਸ਼ੋਰ ਮਚਾਉਣ ਲੱਗਾ, मगरमच्छ बचाओ, कोई बचाओ, मगरमच्छ ਆਪਣੀ ਜਾਨ ਨੂੰ ਖਤਰੇ 'ਚ ਵੇਖ ਕੇ ਬੱਚਾ ਚੀਕਾਂ ਮਾਰ ਕੇ ਮਦਦ ਮੰਗਣ ਲੱਗਾ। ਪਾਰਵਤੀ ਜੀ ਨੇ ਬੱਚੇ ਦੀ ਚੀਕਾਂ ਸੁਣੀਆਂ ਤੇ ਉਹਨਾਂ ਤੋਂ ਰਿਹਾ ਨਹੀਂ ਗਿਆ ਤੇ ਉਹ ਤਪੱਸਿਆ ਛੱਡ ਕੇ ਬੱਚੇ ਨੂੰ ਬਚਾਉਣ ਦੇ ਲਈ ਤਲਾਬ ਦੇ ਕੰਢੇ ਪਹੁੰਚ ਗਈ। ਉੱਥੇ ਉਹਨਾਂ ਨੇ ਵੇਖਿਆ ਕਿ ਮਗਰਮੱਛ ਨੇ ਇੱਕ ਬੱਚੇ ਨੂੰ ਫੜਿਆ ਹੋਇਆ ਹੈ ਤੇ ਉਹਨੂੰ ਖਿੱਚ ਕੇ ਤਲਾਬ 'ਚ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਬੱਚਾ ਦੇਵੀ ਨੂੰ ਦੇਖ ਕੇ
ਉਹਨਾਂ ਅੱਗੇ ਆਪਣੀ ਜਾਨ ਬਚਾਉਣ ਦੀ ਬੇਨਤੀ ਕਰਦਾ ਹੈ। ਓ ਮਾਤਾ ਜੀ, ਮੇਰੀ ਜਾਨ ਨੂੰ ਖਤਰਾ ਹੈ। ਜੇ ਤੁਸੀਂ ਚਾਹੋ ਤੇ ਮੇਰੀ ਜਾਨ ਬਚਾ ਸਕਦੇ ਹੋ। ਉਹਦਾ ਵੀ ਨਾ ਤੇ ਮੇਰੀ ਮਾਤਾ ਜੀ ਹੈ ਔਰ ਨਾ ਹੀ ਪਿਤਾ ਜੀ ਤੇ ਨਾ ਹੀ ਕੋਈ ਮਿੱਤਰ। ਹੁਣ ਤੁਸੀਂ ਹੀ ਮੇਰੀ ਰੱਖਿਆ ਕਰੋ, ਮੈਨੂੰ ਬਚਾਓ ਮਾਤਾ ਜੀ। ਦੇਵੀ ਪਾਰਵਤੀ ਤੋਂ ਰਿਹਾ ਨਾ ਗਿਆ। ਫਿਰ ਉਹਨਾਂ ਨੇ ਮਗਰਮੱਛ ਨੂੰ ਕਿਹਾ, "ਓ ਮਗਰਮੱਛ, ਇਸ ਨਿਰਦੋਸ਼ ਬੱਚੇ ਨੂੰ ਛੱਡ ਦਿਓ। ਦਿਨ ਦੇ 6ਵੇਂ ਪਹਿਰ ਦੇ ਵਿੱਚ ਜੋ ਵੀ ਮੈਨੂੰ ਮਿਲਦਾ ਏ ਉਹਨੂੰ ਮੈਂ ਆਪਦਾ ਆਹਾਰ ਸਮਝ ਕੇ ਖਾ ਜਾਨਾ ਹਾਂ। ਮੇਰਾ ਨਿਯਮ ਏ ਇਹ। ਬ੍ਰਹਮਦੇਵ ਨੇ ਦਿਨ ਦੇ 6ਵੇਂ ਪਹਿਰ ਦੇ ਵਿੱਚ ਇਸ ਬੱਚੇ ਨੂੰ ਭੇਜਿਆ ਏ ਤੇ ਭਲਾ ਮੈਂ ਆਪਦਾ ਆਹਾਰ ਕਿਵੇਂ ਛੱਡ ਦੇਵਾਂ? ਪਾਰਵਤੀ ਜੀ ਨੇ ਮਗਰਮੱਛ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਤੁਸੀਂ ਇਹਨੂੰ ਛੱਡ ਦਿਓ। ਬਦਲੇ 'ਚ ਜੋ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ। ਜਿਹਦੇ ਬਾਅਦ ਮਗਰਮੱਛ ਨੇ ਕਿਹਾ ਕਿ ਇੱਕ ਸ਼ਰਤ 'ਤੇ ਮੈਂ ਇਹਨੂੰ ਛੱਡ ਸਕਦਾ ਹਾਂ। ਤੁਸੀਂ ਜੋ ਤਪੱਸਿਆ ਕਰਕੇ ਮਹਾਦੇਵ ਤੋਂ ਵਰਦਾਨ ਮੰਗਿਆ, ਜੇ ਉਹ ਭਗਤੀ ਦਾ ਫਲ ਤੁਸੀਂ ਮੈਨੂੰ ਦੇ ਦੋਗੇ ਤੇ ਮੈਂ ਇਹਨੂੰ ਛੱਡ ਦਾਂਗਾ। ਪਾਰਵਤੀ ਜੀ ਤਿਆਰ ਹੋ ਗਈ ਅਤੇ ਉਹਨਾਂ ਨੇ ਕਿਹਾ, ਮੈਂ ਆਪਣੀ ਭਗਤੀ ਦਾ ਫਲ ਤੁਹਾਨੂੰ ਦੇਣ ਲਈ ਤਿਆਰ ਹਾਂ, ਪਰ ਤੁਹਾਨੂੰ ਇਸ ਬੱਚੇ ਨੂੰ ਹੁਣੇ ਹੀ ਛੱਡਣਾ ਹੋਊਗਾ। ਮਗਰਮੱਛ ਨੇ ਦੇਵੀ ਪਾਰਵਤੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਵਿਚਾਰ ਕਰ ਲਵੋ ਦੇਵੀ, ਜਲਦਬਾਜ਼ੀ 'ਚ ਆ ਕੇ ਕੋਈ ਵਚਨ ਨਾ ਦੇਵੋ, ਕਿਉਂਕਿ ਤੁਸੀਂ ਹਜ਼ਾਰਾਂ ਵਰਸ਼ਾਂ ਤੱਕ ਜਿਸ ਤਰ੍ਹਾਂ ਭਗਤੀ ਕੀਤੀ ਹੈ ਉਹ ਦੇਵਤਾਵਾਂ ਲਈ ਵੀ ਨਾਮੁਮਕਿਨ ਹੈ। ਉਹਦਾ ਸਾਰਾ ਫਲ ਇਸ ਬੱਚੇ ਦੇ ਪ੍ਰਾਣਾਂ ਪਿੱਛੇ ਨਾ ਗਵਾਓ। ਫਿਰ ਪਾਰਵਤੀ ਜੀ ਨੇ ਕਿਹਾ, ਮੈਂ ਫੈਸਲਾ ਲੈ ਲਿਆ ਹੈ। ਮੇਰਾ ਇਰਾਦਾ ਅਟਲ ਹੈ। ਮੈਂ ਤੁਹਾਨੂੰ ਆਪਣੀ ਤਪੱਸਿਆ ਦਾ ਫਲ ਦਿੰਦੀ ਹਾਂ, ਤੁਸੀਂ ਇਹਨੂੰ ਛੱਡ ਦੇਵੋ। ਮਗਰਮੱਛ ਨੇ ਪਾਰਵਤੀ ਜੀ ਤੋਂ ਤਪਦਾਨ ਕਰਨ ਦਾ ਵਚਨ ਲੈ ਲਿਆ। ਫਿਰ ਜਿਵੇਂ ਹੀ ਪਾਰਵਤੀ ਜੀ ਨੇ ਆਪਣੀ ਤਪੱਸਿਆ ਦਾ ਫਲ ਦਾਨ ਕੀਤਾ ਤੇ ਮਗਰਮੱਛ ਦਾ ਸਰੀਰ ਤੇਜ਼ ਨਾਲ ਲਿਸ਼ਕਣ ਲੱਗਾ। ਫਿਰ ਮਗਰਮੱਛ ਨੇ ਕਿਹਾ, ਦੇਖੋ, ਤਪੱਸਿਆ ਦੇ ਪ੍ਰਭਾਵ ਨਾਲ ਮੈਂ ਕਿੰਨਾ ਊਰਜਾਵਾਨ ਹੋ ਗਿਆ ਹਾਂ। ਮੇਰੇ ਸਰੀਰ ਦੀ ਲਿਸ਼ਕਾਹਟ ਤੁਹਾਨੂੰ ਸਾਫ਼-ਸਾਫ਼ ਦਿਖ ਰਹੀ ਹੋਊਗੀ। ਤੁਸੀਂ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਇੱਕ ਬੱਚੇ ਦੇ ਪਿੱਛੇ ਗਵਾ ਦਿੱਤੀ। ਜੇ ਤੁਸੀਂ ਚਾਹੋ ਤੇ ਤੁਹਾਨੂੰ ਆਪਦੀ ਭੁੱਲ ਸੁਧਾਰਨ ਦਾ ਮੌਕਾ ਮੈਂ ਤੁਹਾਨੂੰ ਹੁਣ ਵੀ ਦੇ ਸਕਦਾ ਹਾਂ। ਇਹਦੇ ਉੱਤਰ 'ਚ ਪਾਰਵਤੀ ਜੀ ਨੇ ਕਿਹਾ ਕਿ ਮੈਂ ਤਪੱਸਿਆ ਤਾਂ ਫਿਰ ਤੋਂ ਕਰ ਲਵਾਂਗੀ, ਪਰ ਜੇ ਤੁਸੀਂ ਇਸ ਬੱਚੇ ਨੂੰ ਖਾ ਜਾਂਦੇ ਤੇ ਕਿ ਇਸ ਬੱਚੇ ਦਾ ਜੀਵਨ ਵਾਪਸ ਮਿਲ ਪਾਉਂਦਾ? ਇਹਦੇ ਤੇ ਮਗਰਮੱਛ ਨੇ ਕੁਝ ਜਵਾਬ ਨਹੀਂ ਦਿੱਤਾ। ਉਹ ਇੱਥੇ ਉੱਥੇ ਵੇਖਣ ਲੱਗਾ। ਐਸੇ ਕਰਮ 'ਚ ਵੇਖਦੇ ਹੀ ਵੇਖਦੇ ਉਹ ਮੁੰਡਾ ਅਤੇ ਮਗਰਮੱਛ ਦੋਨੋਂ ਅਦ੍ਰਿਸ਼ਯ ਹੋ ਗਏ। ਪਾਰਵਤੀ ਜੀ ਨੂੰ ਇਸ ਗੱਲ ਤੇ ਬਹੁਤ ਹੈਰਾਨਗੀ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਦੋਨੋਂ ਇਕੱਠੇ ਇੱਕਦਮ ਗਾਇਬ ਹੋ ਗਏ। ਪਰ ਪਾਰਵਤੀ ਜੀ ਨੇ ਇਸ ਗੱਲ ਤੇ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਉਹ ਇਸ ਗੱਲ ਤੇ ਸੋਚਣ ਲੱਗੀ ਕਿ ਉਹਨਾਂ ਨੇ ਆਪ ਦੀ ਤਪੱਸਿਆ ਦਾ ਫਲ ਤਾਂ ਦਾਨ ਕਰ ਦਿੱਤਾ, ਤਾਂ ਫਿਰ ਹੁਣ ਦੁਬਾਰਾ ਕਿਵੇਂ ਪ੍ਰਾਪਤ ਕੀਤਾ ਜਾਵੇ। ਅਤੇ ਇਹਦੇ ਲਈ ਉਹਨਾਂ ਨੇ ਫਿਰ ਤੋਂ ਭਗਤੀ ਕਰਨ ਦਾ ਨਿਰਣੇ ਲਿੱਤਾ। ਉਹ ਤਪੱਸਿਆ ਕਰਨ ਲਈ ਤਿਆਰੀਆਂ ਕਰਨ ਲੱਗੇ ਕਿ ਅਚਾਨਕ ਮਹਾਦੇਵ ਉਹਨਾਂ ਸਾਹਮਣੇ ਪ੍ਰਗਟ ਹੋਏ ਤੇ ਕਹਿਣ ਲੱਗੇ, हे देवी, भला हुण क्यों तपस्या कर रहे हो? ਪਾਰਵਤੀ ਜੀ ਨੇ ਕਿਹਾ ਕਿ हे ਪ੍ਰਭੂ, ਤੁਹਾਨੂੰ ਆਪਣੇ ਪਤੀ ਪਰਮੇਸ਼ਵਰ ਦੇ ਰੂਪ 'ਚ ਪਾਉਣ ਦੇ ਲਈ ਮੈਂ ਨਿਰਣੇ ਲਿੱਤਾ ਹੈ, ਪਰ ਮੈਂ ਆਪਦੀ ਤਪੱਸਿਆ ਦਾ ਫਲ ਦਾਨ ਕਰ ਦਿੱਤਾ। ਐਵੇਂ 'ਚ ਮੈਂ ਫਿਰ ਤੋਂ ਉੱਦਾਂ ਹੀ ਤਪੱਸਿਆ ਕਰਕੇ ਤੁਹਾਨੂੰ ਖੁਸ਼ ਕਰਨਾ ਚਾਹੁੰਦੀ ਹਾਂ। ਫਿਰ ਉੱਤਰ ਦਿੰਦੇ ਹੋਏ ਮਹਾਦੇਵ ਨੇ ਕਿਹਾ, हे पार्वती, ਹੁਣੇ ਤੁਸੀਂ ਜਿਹੜੇ ਮਗਰਮੱਛ ਨੂੰ ਆਪਣੀ ਤਪੱਸਿਆ ਦਾ ਫਲ ਦਿੱਤਾ ਤੇ ਜਿਹੜੇ ਮੁੰਡੇ ਦੀ ਜਾਨ ਬਚਾਈ, ਇਹ ਦੋਨਾਂ ਰੂਪਾਂ ਦੇ ਵਿੱਚ ਮੈਂ ਹੀ ਸੀ। ਕਾਫੀ ਰੂਪਾਂ 'ਚ ਵੇਖਣ ਵਾਲਾ ਮੈਂ ਹੀ ਹਾਂ। ਮੈਂ ਹੀ ਅਨੇਕ ਸਰੀਰ ਹਾਂ। ਸਰੀਰਾਂ ਤੋਂ ਅਲੱਗ ਮੇਰਾ ਕੋਈ ਆਕਾਰ ਨਹੀਂ। ਇਹ ਮੇਰੀ ਹੀ ਲੀਲਾ ਸੀ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੁਹਾਡਾ ਦਿਲ ਪ੍ਰਾਣੀਆਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਦੁੱਖ ਸਮਝਦਾ ਹੈ ਜਾਂ ਨਹੀਂ। हे ਪ੍ਰਭੂ,
ਕੀ ਮੈਂ ਤੁਹਾਡੀ ਪ੍ਰੀਖਿਆ 'ਚ ਸਫਲ ਹੋਈ? ਹੇ ਦੇਵੀ, ਤੁਸੀਂ ਕਿਸੇ ਦਾ ਵੀ ਦੁੱਖ ਜਾਂ ਸੁੱਖ ਸਮਝਦੇ ਹੋ। ਤੁਹਾਡੇ 'ਚ ਦਇਆ ਹੈ, ਤਰਸ ਹੈ। ਹੁਣ ਤੁਹਾਨੂੰ ਹੋਰ ਤਪੱਸਿਆ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਆਪਣੀ ਭਗਤੀ ਦਾ ਫਲ ਮੈਨੂੰ ਹੀ ਦਿੱਤਾ ਹੈ। ਇਹ ਸੁਣ ਕੇ ਮਾਤਾ ਪਾਰਵਤੀ ਬਹੁਤ ਖੁਸ਼ ਹੋਈ। ਤੇ ਵੇਖਿਆ ਤੁਸੀਂ ਕਿਉਂ ਬਣੇ ਘੜਿਆਲ ਮਹਾਦੇਵ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।